अस्सलाम वालेकुम नादरीन, लाहौर 42 के साथ मैं हूं आपका मेज़बान उमैर अली। नादरीन, कसूर का एक ऐसा दिल खराश वाक़या, शादी की पहली रात शराफत और शहज़ादी की मौत वाक़या हो जाती है। जो शहज़ादी का भाई था, उसने एक एप्लीकेशन दायर की थी कि इनकी कब्र कुशाई करवाई जाए, ताकि इनकी मौत का पता लगाया जा सके कि इनकी मौत कैसे वाक़या हुई है। और अब ये चीज़ सामने भी आई है कि जो शराफत था, वो अपने घर नहीं बल्कि अपनी सिस्टर के घर रह रहा था, क्योंकि जो उसकी सगी माँ थी, उसकी वफ़ात हो चुकी थी और जो उसकी सौतेली वालदा थी, वो उसको घर में नहीं रखना चाहती थी। आज फिर कब्र कुशाई की इनको डेट मिलनी थी, लेकिन फिर आगे इनको डेट मिल गई। इनसे बात करते हैं और इनसे जानते हैं कि क्या पेशरफ्त हुई है इस केस के अंदर और क्या कहना चाहते हैं। अच्छा, मुझे ये बताइएगा कि आज आप लोगों को कब्र कुशाई के लिए डेट मिलनी थी, कल भी मिली थी, अब दोबारा डेट कौन सी मिली है और क्या पेशरफ्त है इस केस के अंदर? ਹੁਣ ਹਫਤੇ ਦੀ ਡੇਟ ਮਿਲੀ ਜੀ। ਹਫਤੇ ਵਾਲੇ ਦਿਨ ਤੁਹਾਨੂੰ ਵੀ ਮਕਸਦ ਤੁਹਾਨੂੰ ਆਰਡਰ ਦਿੱਤੇ ਜਾਂਦੇ ਵੀ ਤੁਸੀਂ ਕਬਰ ਖਸ਼ਾਈ ਕਰਵਾ ਸਕਦੇ ਜੀ हफ्ते को ਹਫਤੇ ਕੋ। मुझे ये बताइएगा, एक नई चीज़ जो सामने आई है, हमें जो पता चला है कि जो शराफत था, वो अपने घर में नहीं बल्कि अपनी सिस्टर के घर में रह रहा था। इसके पीछे क्या हकीकत थी? ਇਹ ਵੀ ਵੀ ਉਹਨਾਂ ਦੀ ਬਣਦੀ ਹੁੰਦੀ ਮਾਂ ਨਾਲ ਨਹੀਂ ਸੀ ਉਹਦੀ ਬਣਦੀ। ਸ਼ਰਾਫਤ ਉਸ ਤੋਂ ਪਹਿਲੇ ਵੀ ਜਦੋਂ ਉਹਨਾਂ ਦੀ ਸ਼ਾਦੀ ਹੋਈ ਉਸ ਤੋਂ ਪਹਿਲੇ ਵੀ ਸ਼ਰਾਫਤ ਕਦੀ ਮੇਰੀ ਭੈਣ ਮੇਰੀ ਭਰਜਾਈ ਵੀ ਸਾਡੇ ਘਰ ਰਹਿਣ ਲੱਗ ਪਿਆ ਤਾਂ ਮੇਰੀ ਭਰਜਾਈ ਹੈ ਨਾ ਉਹਦੀ ਭੈਣ क्या वजह थी ਤੇ आपके घर में रहने की? ਵੀ ਉਹ ਮਾਂ ਦੀ ਨਾਲ ਉਹਦੀ ਲੜਾਈ ਰਹਿੰਦੀ ਸੀ। उसकी जो सगी वालदा थी, उसकी डेथ कब हुई थी? ਉਹਨੂੰ 18 साल हो गए हैं। 18 साल पहले की हुई थी। ਹਾਂਜੀ 18 साल के बाद जब उसका जो वालिद था, उसने दूसरी शादी कितनी देर बाद की थी? ਉਹ ਮੈਨੂੰ ਤਾਂ ਯਾਦ ਨਹੀਂ ਹੈਗਾ ਵੀ ਕਿੰਨੀ ਦੇਰ ਬਾਅਦ ਸ਼ਾਦੀ ਕੀਤੀ ਸੀ। आपके घर में वो 2-3 साल से रह रहा था। ਹਾਂਜੀ ਨਹੀਂ ਉਹ ਪਹਿਲੇ ਜਦੋਂ ਸ਼ਾਦੀ ਹੋਈ ਉਸ ਤੋਂ ਬਾਅਦ ਵੀ ਰਹਿੰਦੇ ਇਹਨਾਂ ਨੇ ਸਹੀ ਮਹੀਨਾ 2-3 ਮਹੀਨੇ। ਉਸ ਤੋਂ ਬਾਅਦ ਫਿਰ ਉਹਦੀ ਲੜਾਈ ਹੋ ਗਈ, ਫਿਰ ਸਾਡੇ ਘਰ ਰਹਿਣ ਲੱਗ ਪਿਆ, ਫਿਰ ਮਨਾ ਕੇ ਲੈ ਗਈਆਂ ਉਹਦੀਆਂ ਵੀ ਸਾਰੇ ਭੈਣਾਂ ਭਰਾ ਮਨਾ ਕੇ ਲੈ ਗਿਆ। ਉਸ ਤੋਂ ਬਾਅਦ ਫਿਰ ਇੱਕ ਵਾਰੀ ਰਾਂਦ ਹੋਈ ਹੈ ਤੇ ਉਸ ਤੋਂ ਬਾਅਦ 2-3 ਸਾਲ ਵੀ ਸਾਡੇ ਘਰ ਹੀ ਹੋ ਰਿਹਾ ਸ਼ਰਾਫਤ। जो उसका वालिद था, उसने कभी नहीं अपने बेटे को कहा था कि आप अपने घर वापस आ जाओ? ज़ाहिर सी बात है, वालिद तो उसका सगा था, वालदा घर नहीं भी थी। ਨਹੀਂ ਉਹਨੇ ਕਦੀ ਨਹੀਂ ਸੀ ਕਿਹਾ, ਉਹਨੇ ਨਹੀਂ ਸੀ ਕਿਹਾ, ਉਹਨੂੰ ਨਹੀਂ ਸੀ ਹੁੰਦਾ ਵੀ ਜਿਵੇਂ ਮਰਜ਼ੀ ਹੁੰਦਾ ਰਵੇ। ਉਹਨੇ ਨਹੀਂ ਸੀ ਕਦੀ ਆਖਿਆ ਵੀ ਤੂੰ ਇੰਜ ਕਿਉਂ ਕੀਤਾ ਹੈ, ਤੂੰ ਇੰਜ ਕਿਉਂ ਕੀਤਾ ਹੈ। ਉਹਨੇ ਕਦੀ ਨਹੀਂ ਸੀ ਆਦੀ ਬੁੜੀ ਨੂੰ ਰੋਕਿਆ ਵੀ ਤੂੰ ਉਹਨੂੰ ਕਿਉਂ ਕੱਢਣੀ ਹੈ ਜਾਂ ਲੜਨੀ ਕਿਉਂ ਹੈ, ਉਹਨੇ ਨਹੀਂ ਕਦੀ ਕਿਹਾ। उसकी जो सौतेली वालदा है, उसके कितने बच्चे हैं? ਉਹਦੀਆਂ 4 ਬੇਟੀਆਂ। 4 बेटियां, बेटा कोई नहीं है। ਹਾਂਜੀ ਉਹ ਸ਼ਰਾਫਤ ਨੇ ਉਹਨਾਂ ਨੂੰ ਬੜਾ ਪਿਆਰ, ਆਦੀਆਂ ਸਕੀਆਂ ਭੈਣਾਂ ਦਾ ਉਹਨਾਂ ਨੂੰ ਪਿਆਰ ਕਰਦਾ ਸੀ। ਉਹਨਾਂ ਦੇ ਕੋਈ ਵੀ ਪਰੇਸ਼ਾਨੀ ਬਣਦੀ ਸੀ ਉਸੇ ਟਾਈਮ ਆਦੀਆਂ ਭੈਣਾਂ, ਭਾਵੇਂ ਉਧਰ ਸਾਡੇ ਘਰ ਹੀ ਰਹਿੰਦਾ ਸੀ ਫਿਰ ਵੀ ਆਦੀਆਂ ਭੈਣਾਂ ਦੇ ਵੀ ਜਦੋਂ ਖਿਆਲ ਕਰਦਾ ਸੀ, ਸਭ ਤੋਂ ਜ਼ਿਆਦਾ ਆਦੀਆਂ ਬੜਾ ਭੈਣਾਂ ਦਾ ਖਿਆਲ ਕਰਦਾ ਸੀ। ये तो नहीं है उसकी मौत के पीछे एक बड़ी वजह ये भी हो सकती है कि जो उसकी सौतेली वालदा थी, उसकी सोच ये हो कि ये घर में वापस आ गया, इसको हिस्सा देना पड़ेगा, या कोई इस तरह के मामला तो नहीं? ਜ਼ਾਹਿਰ ਬਾਤ ਹੈ ਵੀ ਉਹਨਾਂ ਦੇ ਕਹਿਣਾ ਹੀ ਕਹਿਣਾ ਵੀ ਮੇਰੀ ਧੀ ਨਹੀਂ ਹੈਗੀ, ਮੇਰਾ ਪੁੱਤਰ ਹੋਵੇ ਤੇ ਚਲੋ ਸਾਨੂੰ ਹਿੱਸਾ ਮਿਲ ਜਾਣਾ ਸੀ। ਸ਼ਾਇਦ ਹੋ ਸਕਦਾ ਵੀ ਉਹਦਾ ਦਿਲ ਦਾ ਮਕਸਦ ਇਹ ਹੋਵੇ ਵੀ ਇਹ ਮਰ ਜਾ, ਚਲੋ ਹਿੱਸਾ ਨਹੀਂ ਕਿਸੇ ਪੁੱਤਰ ਨੂੰ ਦੇਣ ਜੋਗੇ ਹੋਵਾਂਗੇ। ਮੇਰਾ ਵੀ ਇਹ ਦਿਲ ਕਹਿੰਦਾ ਵੀ ਸ਼ਾਇਦ ਉਹਨੇ ਹਿੱਸੇ ਵਾਸਤੇ ਪੁੱਤਰ ਨੂੰ ਮਾਰ ਦਿੱਤਾ ਹੋਵੇ। ਉਹਨੇ ਆਪਦਾ ਪੁੱਤਰ ਸਮਝਦੀ ਹੁੰਦੀ, ਉਹਦੇ ਨਾਲ ਸ਼ਾਮਲ ਹੋ ਕੇ ਸਾਰੀਆਂ ਖੁਸ਼ੀਆਂ 'ਚ ਸ਼ਾਮਲ ਹੋ ਕੇ ਵੀ ਖੁਸ਼ ਆ। दूध उस कमरे में गिराया गया था, वो आप लोगों ने देखा था? ਮੈਂ ਜਦੋਂ ਗਿਆ ਮੇਰੇ ਜਾਂਦੇ ਨੇ ਉਹਨਾਂ ਸਾਰੀ ਸਫਾਈ ਕਰ ਦਿੱਤੀ ਸੀ। सफाई कर दी थी? हाँ जी। किसने की थी? ਇਹ ਤਾਂ ਮੇਰੇ ਜਾਣ ਤੋਂ ਪਹਿਲੇ ਪਤਾ ਨਹੀਂ ਕਿੰਨੇ जब आप गए हैं उस टाइम जो जनरेटर था वो किस जगह में पड़ा था और दरवाजा टूटा हुआ था? ਨਹੀਂ ਦਰਵਾਜ਼ਾ ਵੀ ਨਹੀਂ ਟੁੱਟਾ ਤੇ ਜਨਰੇਟਰ ਬਾਹਰ ਪਿਆ ਸੀ ਬਰਾਂਡੇ ਵਿੱਚ। बरामदे में पड़ा हुआ था। ਹਾਂਜੀ उस दिन क्या वाकई को बारिश का मौसम था या वैसे ही जो है ना वो उन्होंने अंदर रखा? ਨਹੀਂ ਸ਼ਾਦੀ ਦੀ ਰਾਤ ਜਿੱਦਣ ਉਸ ਰਾਤ ਬਾਰਿਸ਼ ਹੋਈ ਹੈ ਤੇ ਹਨੇਰੀ ਵੀ ਆਈ कितनी ਹੈ। बारिश हुई? थोड़ी हुई थी, ज्यादा हुई ਨਹੀਂ थी? ਨਹੀਂ ਨਾਰਮਲੀ ਬਾਰਿਸ਼ ਹੋਈ ਸੀ, ਇੰਨੀ ਜ਼ਿਆਦਾ ਬਾਰਿਸ਼ कितनी ਨਹੀਂ देर ਹੋਈ। तक होती रही? ਬੇ ਹੋਈ 5-10 ਮਿੰਟ ਦੀ ਬਾਰਿਸ਼ ਹੁੰਦੀ ਰਹੀ, ਹਨੇਰੀ ਜ਼ਿਆਦਾ ਆਈ ਹੈ। जो कमरे हैं उनके सामने जो बरामदा है वो कितना उसका एरिया होगा? ਵੀ ਤਕਰੀਬਨ ਮੰਜੀਆਂ 10-15 ਮੰਜੀਆਂ ਡਹਿ ਜਾਂਦੀਆਂ ਨੇ ਵੀ ਲੈਣ ਸਿਰ ਇੰਜ ਲੈਣ ਸਿਰ ਹੈ ਨਾ ਬਰਾਂਡਾ, 10-15 ਮੰਜੀਆਂ ਡਹਿ ਜਾਂਦੀਆਂ ਨੇ ਉਹਦੇ ਵਿੱਚ। यानी कि अगर मौसम खराब था, जनरेटर वो बरामदे में ही रख सकते थे, कमरे में उन्होंने क्यों रखा? ये चीज़ें भी सामने आई हैं। मुझे ये बताइएगा कि उसके बाद जो उसकी वालदा थी, ज़ाहिर सी बात है जिस दिन उनकी मौत वाक़या हुई है, एक माँ बाप को एक परेशानी होती है, टेंशन होती है। जिस दिन उनकी मौत वाक़या हुई है, जो आपकी सिस्टर की मैयत थी वो आपके घर में थी और जो शराफत था उनकी मैयत उसके घर में थी, या दोनों एक ही जगह पे रखी? ਨਹੀਂ ਨਹੀਂ ਦੋਵੇਂ ਲਾਸ਼ਾਂ ਇੱਕੋ ਜਗ੍ਹਾ ਤੇ ਸੀ। कहाँ पे? उनके घर में थी? ਉਹਨਾਂ ਦੇ ਘਰ ਸੀ ਕਿਉਂਕਿ ਉਹਨਾਂ ਦਾ ਵਿਹੜਾ ਵੱਡਾ ਹੈ ਨਾ, ਉਹ ਸਾਰੇ ਚਾਚੇ ਤਾਏ ਇਕੱਠੇ ਰਹਿੰਦੇ ਨੇ। ਅਸੀਂ ਇਹਨਾਂ ਥੋੜੇ ਲਹਿਦਾ ਨਾਲ 2-4 ਘਰ ਛੱਡ ਕੇ, ਸਾਡਾ ਵਿਹੜਾ ਛੋਟਾ ਸੀ, ਉਹ ਫਿਰ ਦੋਵੇਂ ਲਾਸ਼ਾਂ ਇੱਕੋ ਵਿਹੜੇ 'ਚ ਹੀ ਰੱਖੀਆਂ ਨੇ ਮੇਰੇ ਮਾਮੇ ਘਰ। उस टाइम जो उसकी वालदा थी और जो उसका वालिद था, उनकी क्या कंडीशन थी जनाजा उठने से पहले? ਕੋਈ ਕੰਡੀਸ਼ਨ ਨਹੀਂ ਸੀ। ਉਹਦਾ ਪਿਓ ਦੇ ਵੀ ਅੱਖ 'ਚ ਅਥਰੂ ਮੈਂ ਨਹੀਂ ਵੇਖਿਆ, ਨਾ ਉਹਦੀਆਂ ਮਤਰੇਈਆਂ ਭੈਣਾਂ ਦੇ ਅੱਖ 'ਚ ਅਥਰੂ ਵੇਖਿਆ ਤੇ ਨਾ ਉਹਦੀ ਵੀ ਜਿਹੜੀ ਮਤਰੇਈ ਮਾਂ ਹੈ। ਸਕੀਆਂ ਭੈਣਾਂ ਉਹਨੂੰ ਬੜਾ ਰੋਈਆਂ ਨੇ। ਸਕੀਆਂ ਨੇ ਉਹ ਸਕੀਆਂ ਦਾ ਇਹ ਤੇ ਕਰੋ ਮਾਰਦੀਆਂ ਪਈਆਂ ਨੇ, ਕਵਰ ਨੂੰ ਵੇ ਵੇ ਕੇ ਮਾਰਦੀਆਂ ਨੇ, ਰੋਜ਼ ਮਾਰਦੀਆਂ ਤੇ ਰੋਜ਼ ਜ਼ਿੰਦਾ ਹੁੰਦੀਆਂ ਨੇ ਉਹਨਾਂ ਦੇ। ਇੱਕ ਹੀ ਭਾਈ ਸੀ। कितनी बहनें?
6 ਭੈਣਾਂ ਨੇ टोटल। यानी कि 6 बहनों का एक ही भाई था। हाँ जी। जो बाप है उसका कोई और दूसरी जो उसने शादी की उसमें से कोई बेटा नहीं, एक ही बेटा था उसका। ਉਹਦੇ ਵਿੱਚੋਂ ਕੋਈ ਬੇਟਾ ਨਹੀਂ ਹੈਗਾ, ਉਹਦੇ ਜੋ 4 ਬੇਟੀਆਂ ਨੇ दूसरी शादी ये में। एक ही उसका बेटा एक ही था। बेटा फिर है। भी उसको तरस नहीं आया और जिस दिन उसकी मौत वाकया हुई है दूसरे दिन वो कल्फ लगवा रहा था और उसके चेहरे पे कोई नदामत नहीं थी। ਕੋਈ ਐਸਾ ਹੈ ਹੀ ਨਹੀਂ ਵੀ ਉਹਨਾਂ ਨੂੰ ਲੱਗਾ ਨਹੀਂ। ਉਹ ਜੁਮੇ ਆਏ ਬੁੱਧ ਨੂੰ ਸ਼ਰਾਬਤ ਫੋਤ ਹੋਇਆ, ਜੁਮੇ ਵਾਲੇ ਦਿਨ ਉਹ ਘਰ ਕੱਟੇ ਦਾ ਗੋਸ਼ਤ ਪਕਾਉਂਦੇ ਪਏ ਸੀ। ਜੁਮੇ ਵਾਲੇ ਦਿਨ ਉਹਦੀ ਧੀ ਦਾ ਮਕਲਾਵਾ ਉਹਨੇ ਤੋੜ ਦਿੱਤਾ, ਜਿੰਨਾ ਸ਼ਰਾਫਤ ਦੇ ਇੱਕ ਦਿਨ ਪਹਿਲੇ ਸ਼ਾਦੀ ਕੀਤੀ ਉਹਦਾ ਮਕਲਾਵਾ ਵੀ ਤੋੜ ਦਿੱਤਾ। ਇਸ ਤਰ੍ਹਾਂ ਕੋਈ ਮਾਂ ਪਿਓ ਕਰਦਾ ਜਿੰਨਾ ਘਰ 2 ਲਾਸ਼ਾਂ ਮਰੀਆਂ ਹੋਣ, ਤੀਸਰੇ ਦਿਨ ਉਹਨਾਂ ਧੀ ਦੀ ਮਕਲਾਵਾ ਵਾਪਸ ਤੋੜ ਦਿੱਤਾ। ਜਿੰਦੇ ਨਾਲ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਾਸਤੀ ਹੋਈ ਹੈ, ਸਾਨੂੰ ਇਨਸਾਫ ਚਾਹੀਦਾ ਹੈ। ਹਕੂਮਤ ਸਾਡਾ ਖਿਆਲ ਕਰੇ ਵੀ ਸਾਨੂੰ ਜਲਦ ਤੋਂ ਜਲਦ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਜਦੋਂ ਸਾਡੀਆਂ ਲਾਸ਼ਾਂ 'ਚ ਕੁਝ ਬਚਿਆ ਹੀ ਨਾ ਤਾਂ ਸਾਨੂੰ ਕਿੱਥੋਂ ਸਬੂਤ ਲੱਭੇਗਾ ਵੀ ਉਹਨਾਂ ਨਾਲ ਕੀ ਹੋਇਆ ਹੈ। ਮੈਂ ਇਹੀ ਚਾਹਣਾ। कब्र को शाही अपनी सिस्टर की करवाना चाहते हैं या बहनोई की भी करवाना चाहते ਨਹੀਂ ਉਹ ਬਣਵਾਈ ਦੀ ਮੈਂ ਕੋਸ਼ਿਸ਼ ਕੀਤੀ ਸੀ ਪਰ ਮੈਂ ਨਹੀਂ ਕਰਵਾ ਸਕਦਾ। ਉਹਨਾਂ ਕਿਹਾ ਵੀ ਤੂੰ ਆਦੀ ਭੈਣ ਦੀ ਕਰਵਾ ਸਕਣਾ ਤੇ ਮੈਂ ਦਰਖਾਸਤ ਦਿੱਤੀ। ਪਰ ਮੈਂ ਜਿੱਧਰ ਨੂੰ ਜਾਣਾ ਸਭ ਤੋਂ ਪਹਿਲੇ ਇਹ ਮੇਰੇ ਅੱਗੇ ਕੰਡੇ ਦਰਬਾਰ ਬਣ ਕੇ ਖੜੇ ਹੁੰਦੇ ਨੇ, ਮੇਰੇ ਘਰ ਵਾਲੇ ਦਰਬਾਰ ਬਣ ਕੇ ਖੜੇ ਹੁੰਦੇ ਨੇ। ਮੇਰੀ ਮਾਂ ਤਾਂ ਆਪਦੇ ਭਰਾਵਾਂ ਨੂੰ ਬਚਾਉਣਾ ਚਾਹਦੀ ਵੀ ਮੇਰੇ ਭਰਾ ਬਚਣ, ਪਰ ਮੈਂ ਆਣਾ ਵੀ ਅਸੀਂ ਇਹ ਤਾਂ ਵੇਖੀਏ ਵੀ ਸਾਨੂੰ ਅੱਜ ਜੇ ਅਸੀਂ ਬਹਿ ਜਾਂਦੇ ਕੱਲ ਨੂੰ ਸਾਡੇ ਹੋਰ ਵੀ ਕਿਸੇ ਨਾਲ ਕੋਈ ਕਰੇਗਾ। ਹੁਣ ਆਖਣੇ ਇਹ ਕੀ ਕਰ ਸਕਦੇ ਨੇ। ਅੱਜ ਜੇ ਅਸੀਂ ਇਸ ਗੱਲ ਦੀ ਧਿਆਨ ਕਰਾਂ ਤੇ ਕੱਲ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਬਚਣ ਦੀਆਂ। मेरे साथ शराफत के दोस्त भी मौजूद हैं, इनसे भी जानते हैं। अस्सलाम वालेकुम। वालेकुम सलाम। अच्छा मुझे ये बताइएगा कि जिस दिन आपने बयान दिया था उसके बाद जो लड़के के घर वाले थे उन्होंने कोई आपसे बात की हो, क्या कोई इस तरह का कोई नई चीज़ सामने आई हो, उनकी मौत के पीछे किसी की वजह या किसी ने कोई बात की हो? मेरे साथ तो इस मामले में किसी ने अभी तक कोई बात बात नहीं की। मुझे ये बताइएगा कि जिस दिन आपके दोस्त की डेथ हुई है आप कितनी देर बाद उनके घर पहुंच गए थे? मैं तकरीबन 5 से 7 मिनट बाद पहुंचा। क्या कंडीशन थी उस वक्त और उनकी जो डेड बॉडीज थी वो रूम के अंदर थी या बाहर? रूम के बाहर पड़ी हुई थी चारपाई के ऊपर। मेरे आने से पहले वो उन्होंने निकाल ली थी। चारपाई पे पड़ा लेटे हुए थे और जनरेटर भी बाहर पड़ा हुआ था। कमरे के बाहर थी, बाहर पड़ा हुआ था। दरवाजा तो नहीं टूटा हुआ था? दरवाज़ा यार कैसे टूट सकता है, लोहे का दरवाज़ा उसकी हो। जो वालदा थी, सुतेली वालदा, उसकी क्या कंडीशन थी? उसकी इतनी खास कंडीशन नहीं है। मेरे वाल साहब ने भी 2 मतलब कोई शादियाँ परेशानी नहीं की। थी उसके चेहरे पे? नहीं, मेरे वाल साहब ने भी 2 शादियाँ की। मेरी वालदा भी फौत हुई है। पर मेरी वालदा हम 6 भाई हैं। मेरी वालदा हमारे साथ जैसे छोटों से मोहब्बत करती है जिस तरह की सगी वालदा अपने बेटों से प्यार करती है उसी तरह से है। जी, हमारे साथ वैसे ही वो मोहब्बत करती है। हमारे साथ उन्होंने क्या कभी कहना चाहोगे? हम तो यही कहना चाहेंगे कि हमें वज़ीर आला पंजाब से और वज़ीर आज़म से यही दरख्वास्त है कि हमें इंसाफ मिलने जल्द से जल्द ये हमें इंसाफ मिले। हमें रोज़ रोज़ तहरीकों पे ना लाएं। हमारे पास इतना मज़दूर बंदे हैं, हमारे पास इतना टाइम नहीं होता। जो करना है वही खाना है। तो आप क्या कहना चाहेंगे? मैं ये कहना चाहता हूँ कि जनाब ਅਸੀਂ ਜਦੋਂ ਸ਼ਰਾਫਤ ਨੂੰ ਇੱਥੇ ਹਸਪੀਟਲ ਲੈ ਕੇ ਆਏ ਆ ਨਾ, ਅਸੀਂ ਕਹਿ ਰਹੇ ਹਾਂ ਵੀ ਆਪਾਂ ਇਹਦਾ ਪੋਸਟਮਾਰਟਮ ਕਰਾਈਏ। ਸ਼ਰਾਫਤ ਦਾ ਚਾਚਾ ਉਹਨੇ ਕਿਹਾ ਨਹੀਂ ਇਹ ਮੇਰਾ ਭਤੀਜਾ ਹੀ ਲੱਗਦਾ ਹੈ, ਇਹ ਉਹਦੇ ਪੈਰਾਂ 'ਚ ਬਹਿ ਗਿਆ, ਨਹੀਂ ਚਾਚਾ ਆਪਾਂ ਪੋਸਟਮਾਰਟਮ ਕਰਾਉਣਾ ਹੈ। ਉਹਨੇ ਕਿਹਾ ਨਹੀਂ ਆਪਾਂ ਪੋਸਟਮਾਰਟਮ ਨਹੀਂ ਕਰਾਉਣਾ। ਉਸ ਵਕਤ ਸ਼ਰਾਫਤ ਦਾ ਅੱਬੂ ਵੀ ਉੱਥੇ ਆ। ਅੱਬੂ ਉਹਦਾ ਸਾਨੂੰ ਇਹ ਕਹਿ ਰਿਹਾ ਮਾਰਗਾ ਨੇ ਉੱਠੋ ਚੱਲ ਗਏ। ਮਾਰਗਾ ਨੇ ਐਵੇਂ ਰੋਈ ਜਾਂਦੇ ਜੇ ਚੱਲੀਏ ਹਾਂ ਕਿਹਾ ਠੀਕ ਹੈ। उसका सगा वालदा क्या है? ਹਾਂ ਉਸਕਾ ਸਕਾ ਬਲਦ। ਉਦੋਂ ਪਹਿਲਾਂ ਜਦੋਂ ਅਸੀਂ ਗਏ ਆ ਨਾ, ਸ਼ਰਾਫਤ ਦੀ ਜਿਹੜੀ ਸੱਕੀ ਭੈਣ ਹੈ ਨਾ ਵੱਡੀ, ਮੈਂ ਆਪਣੇ ਘਰ ਸੁੱਤਾ ਪਿਆ ਤੇ ਆਈ ਹੈ ਤੇ ਰੋਂਦੀ ਰੋਂਦੀ ਕਹਿੰਦੀ ਹੈ ਵੀ ਆਪਣੇ ਵੀਰ ਨੂੰ ਕੀ ਹੋ ਗਿਆ, ਆਪਣੇ ਵੀਰ ਨੂੰ ਕੀ ਹੋ ਗਿਆ। ਤੇ ਮੈਂ ਸਵੇਰ ਉੱਠ ਕੇ ਫੈਕਟਰੀ ਜਾਣਾ ਸੀ ਲਾਹੌਰ, ਤੇ ਮੈਂ ਕਿਹਾ ਵੀ ਵੈਸੇ ਉਹ ਲੱਗਾ ਹੋਣਾ ਹੈ। ਤੇ ਮੈਂ ਫਿਰ ਸੌਂ ਗਿਆ। ਫਿਰ ਮੇਰੀ ਬੀਵੀ ਨੇ ਮੈਨੂੰ ਕਿਹਾ ਉਤਾ ਉੱਠੋ, ਕਹਿੰਦੇ ਨੇ ਫੌਤ ਹੋ ਗਏ ਨੇ। ਅਸੀਂ ਫਿਰ ਭੱਜ ਕੇ ਗਏ ਤੇ ਅੰਦਰ ਦਾ ਦਰਵਾਜ਼ਾ ਜਾਂਦਿਆਂ ਨੂੰ ਖੁੱਲ੍ਹਾ, ਟੁੱਟਾ ਟੱਟਾ ਨਹੀਂ ਗਾ, ਖੁੱਲ੍ਹਾ ਲੋਹੇ ਦਾ ਦਰਵਾਜ਼ਾ ਤੇ ਜਨਰੇਟਰ ਬਾਹਰ ਪਿਆ। ਤੇ ਅਸੀਂ ਇਹਦੀਆਂ ਤਲੀਆਂ ਤੁਲੀਆਂ ਸ਼ਰਾਫਤ ਦੀਆਂ ਚੱਸਣ ਲੱਗ ਪਏ ਹਾਂ। जनरेटर कमरे के दरवाजे से कितना दूर पड़ा हुआ? ਤਕਰੀਬਨ 1 ਕਰਮ ਦੂਰ ਪੜਾ ਹੋਏਗਾ 5 ਫੁੱਟ ਸਾਈਡ ਤੇ ਜਿਹੜਾ ਲੋਹੇ ਦਾ ਦਰਵਾਜ਼ੇ ਦੇ ਅੱਗੇ ਬਰਾਂਦਾ ਉਹ 14 ਫੁੱਟ ਚੌੜਾ ਹੈ। ਠੀਕ ਹੈ, 14 ਫੁੱਟ ਦੇ ਉਹਦੇ ਤੇ ਗਾਰਡਰ ਨੇ। ਤੇ ਅਸੀਂ ਕਹਿ ਰਹੇ ਹਾਂ ਵੀ ਵੈਸੇ ਲੱਗਾ ਤੇ ਅਸੀਂ ਉਹਨੂੰ ਮਲਦੇ ਰਹੇ, ਝੱਸਦੇ ਰਹੇ ਹਾਂ ਤੇ ਸ਼ਰਾਫਤ ਨਹੀਂ ਉੱਠਿਆ। ਉਹਦੇ ਮੂੰਹ 'ਚ ਪਾਣੀ ਵੀ ਪਾਇਆ ਪਰ ਨਹੀਂ, ਕੁਛ ਵੀ ਨਹੀਂ ਹੋਇਆ। ਫਿਰ ਅਸੀਂ ਰੋਂਦੇ ਰੋਂਦੇ ਲੈ ਕੇ ਉਹਨੂੰ ਹਸਪਤਾਲ ਆ ਗਏ ਤੇ ਇੱਥੇ ਆਣ ਕੇ ਉਹਨਾਂ ਆਖਿਆ ਵੀ ਨਹੀਂ ਇਹਨਾਂ ਨੂੰ ਕੁਛ ਨਹੀਂ। ਤੇ ਅਸੀਂ ਕਿਹਾ ਵੀ ਉਹ ਡਾਕਟਰਾਂ ਨੇ ਅੱਗੋਂ ਕਿਹਾ ਵੀ ਰਿਪੋਰਟ ਦੇ ਜੇ। ਕਹਾਂ ਕਿ ਆਹੋ ਰਿਪੋਰਟ ਲੈਣੀ। ਤੇ ਸ਼ਰਾਫਤ ਦਾ ਚਾਚੂ ਕਿਹਾ ਨਹੀਂ ਅਸੀਂ ਕੁਛ ਵੀ ਨਹੀਂ ਲੈਣਾ, ਆਪਾਂ ਘਰ ਚੱਲੀਏ। ਮੇਰਾ ਭਤੀਜਾ ਉਹਦੇ ਪੈਰਾਂ 'ਚ ਬਹਿ ਗਿਆ, ਨਹੀਂ ਚਾਚਾ ਆਪਾਂ ਰਿਪੋਰਟ ਲਈਏ। ਉਹਨੇ ਕਿਹਾ ਨਹੀਂ ਆਪਾਂ ਰਿਪੋਰਟ ਨਹੀਂ ਲੈਣੀ। ਤੇ ਅਸੀਂ ਉਹਨੂੰ ਲੈ ਕੇ ਰੋਂਦੇ ਰੋਂਦੇ ਘਰ ਚਲੇ ਗਏ। ਹਾਂ ਵੈਸੇ ਉਵੇਂ। जी नादरीन, आपने जो उनके दोस्त थे उनकी भी बात सुनी। ये कसूर में जो इंसिडेंट हुआ था चंद रोज़ कबल शादी की पहली रात दुल्हा और दुल्हन की मौत वाक़या हुई, ये पूरे इलाके के लिए, पूरे पाकिस्तान के लिए एक अफसोसनाक वाक़या था कि जनरेटर थे, इस तरह से कैसे मौत वाक़या हो सकती है। और पहले वो कहते थे जनरेटर कमरे के अंदर है, अब ये पता चला कि जनरेटर उन्होंने कमरे के अंदर नहीं बल्कि बाहर पड़ा हुआ था। तो ज़ाहिर सी बात है अगर जनरेटर कमरे से बाहर था तो उनकी मौत के पीछे असल वजह क्या हो सकती है?
कब्र को शाही करवाई जाए, पोस्टमार्टम हो, पता चलाया जा सके कि उनकी मौत किस तरह से हुई है, ताकि जिन लोगों ने उनको मारा है उनको सज़ा दी जाए। इसके साथ ही अपने मेज़बान उमैर अली को इजाज़त दीजिए। देखते रहिए लाहौर 42 अल्लाह ने।